ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਸਿੰਘ ਗੁਰ ਕਥਾ ਸੁਣੀਜੈ। ਹਾਜ਼ਰਾ ਹਜ਼ੂਰ ਸਰਬ ਸ਼ਕਤੀਮਾਨ ਗਿਆਨ ਸਮੁੰਦਰ ਬਾਣੀ ਦੇ ਬੋਹਿਤ ਨਿਰੰਕਾਰ ਸਰੂਪ ਅਕਾਲ ਪੁਰਖ ਜੋਤ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰ ਪਾਤਸ਼ਾਹ ਦੇ ਸਜੇ ਹੋਏ ਸੱਚਖੰਡ ਪਾਵਨ ਦਰਬਾਰ ਗੁਰੂ ਕੀ ਨਿੱਘੀ ਗੋਦ ਅਤੇ ਗੁਰੂ ਦੇ ਦੀਦਾਰ ਕਰ ਰਹੇ ਗੁਰੂ ਚਰਨਾਂ ਦੇ ਪਿਆਰ 'ਚ ਜੁੜੇ ਹੋਏ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜ ਭਾਗੇ ਹੋਂ ਜੋ ਨਿਤਨੇਮ ਅਨੁਸਾਰ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਜ਼ਿੰਦਗੀ ਦੇ ਸਵਾਸ ਸਫਲੇ ਬਣਾਉਂਦੇ ਹੋ। ਰਹਿ ਰਾ ਸਾਹਿਬ ਅਰਦਾਸ ਪਵਿੱਤਰ ਮੁਖ ਵਾਕ ਉਪਰੰਤ ਕੀਰਤਨ ਦਾ ਆਨੰਦ ਮਾਣਿਆ ਲਾਹਾ ਲਿਆ ਸੁਣ ਕੇ। ਸੋ ਹੁਣ ਕੁਝ ਸਮਾਂ ਗੁਰੂ ਇਤਿਹਾਸ ਨਾਲ ਜੁੜੀਏ ਜੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਲੜੀਵਾਰ ਇਤਿਹਾਸ ਆਪਾਂ ਵਿਚਾਰਦੇ ਆ ਰਹੇ ਹਾਂ। ਦੇਵਨੇਤ ਮਹਾਰਾਜ ਦੀ ਕਿਰਪਾ ਹੀ ਕਹਿ ਲਓ ਕਿ ਕੁਦਰਤੀ ਹੀ ਇਤਿਹਾਸ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਹੈ ਤੇ ਸ਼ਹੀਦੀ ਦਿਹਾੜਾ ਵੀ ਸਤਿਗੁਰੂ ਮਹਾਰਾਜ ਜੀ ਦਾ ਆ ਰਿਹਾ ਹੈ ਜੋ 26 ਮਈ ਦਾ। ਰਹੋ ਵਿਚਾਰ ਚੱਲ ਰਹੇ ਇਤਿਹਾਸ ਦੇ ਵਿੱਚ ਜੋ ਆਪ ਨੇ ਕੱਲ੍ਹ ਸੁਣਿਆ ਸੀ, ਕਿਉਂਕਿ ਗੁਰਬਿਲਾਸ 6ਵੀਂ ਪਾਤਸ਼ਾਹੀ ਗ੍ਰੰਥ ਦੇ ਕਰਤਾ ਸਤਿਗੁਰਾਂ ਦੀ ਸ਼ਹੀਦੀ ਨੂੰ ਆਪਣੇ ਢੰਗ ਨਾਲ ਬਿਆਨ ਕਰ ਰਹੇ ਨੇ। ਤਕਰੀਬਨ ਇਸੇ ਤਰ੍ਹਾਂ ਥੋੜ੍ਹੀ ਥੋੜ੍ਹੀ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ ਹੋਈ ਹੈ। ਪਰ ਜਦੋਂ ਗਿਆਨੀ ਗਿਆਨ ਸਿੰਘ ਜੀ ਦਾ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਫਿਰ ਕੁਝ ਖੋਜ ਕਰਕੇ ਅੱਗੇ ਲਿਖਿਆ। ਜਿਸ ਤਰ੍ਹਾਂ ਕਵੀ ਜੀ ਕਹਿ ਰਹੇ ਨੇ, ਆਪ ਨੇ ਸੁਣਿਆ ਕੁਛ ਕੁ ਪੰਕਤੀਆਂ ਜੋ ਕਵੀ ਜੀ ਦੀਆਂ ਹਨ ਆਪਾਂ ਸੁਣੀਏ, ਫਿਰ ਆਪਾਂ ਇਸ ਤੋਂ ਅਗਲਾ ਇਤਿਹਾਸ ਕੱਲ੍ਹ ਵਾਲੀ ਲੜੀ ਨਾਲ ਜੋੜਾਂਗੇ। ਇੱਕ ਵਾਰੀ ਰਸਨਾ ਪਵਿੱਤਰ ਕਰੋ, ਪਿਆਰ ਨਾਲ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਗਤ ਸਿੰਘ ਗੁਰ ਕਥਾ ਸੁਣੀਜੈ। ਭਾਈ ਮਨੀ ਸਿੰਘ ਕਹਿੰਦੇ ਨੇ ਭਾਈ ਭਗਤ ਸਿੰਘ ਜੀਆਂ ਨੂੰ, ਜਿਹੜੇ ਇਤਿਹਾਸਕਾਰ ਦੇ ਉਸਤਾਦ ਨੇ, ਕਰਤਾ ਭਾਵ ਕਿ ਉਹਨਾਂ ਨੂੰ ਸੁਣਾਉਣ ਵਾਲੇ ਨੇ, ਇਹ ਕਹਿ ਰਹੇ ਨੇ ਭਾਈ ਮਨੀ ਸਿੰਘ ਕੇ ਭਾਈ ਭਗਤ ਸਿੰਘ ਤੂੰ ਕਥਾ ਸੁਣ ਸਤਿਗੁਰਾਂ ਦੀ। ਗੁਰ ਅਰਜਨ ਜੋ ਕਾਰਜ ਕੀਜੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੋ ਇਹ ਕਾਰਜ ਕਰਨਾ ਸੀ, ਬਾਦਸ਼ਾਹ ਕੀ ਮਨ ਕੀ ਜਾਨੀ। ਹੁਣ ਇੱਥੇ ਦਰਸਾਇਆ ਹੋਇਆ ਕਿ ਸਤਿਗੁਰਾਂ ਨੇ ਬਾਦਸ਼ਾਹ ਜਹਾਂਗੀਰ ਦੇ ਮਨ ਦੀ ਜਾਣੀ। ਦਇਆ ਸਿੰਘ ਗੁਰ ਅਰਜਨ ਗਿਆਨੀ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ਾਂ ਦੇ ਦਾਤੇ। ਕੋਠੜੀ ਗੁਰੂ ਗ੍ਰੰਥ ਕੀ ਆਏ। ਇਉਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਧੰਨ ਜੁਗੋ ਜੁਗ
ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਠੜੀ ਪੁਰਾਤਨ ਸਮੇਂ 'ਚ ਕੋਠਾ ਸਾਹਿਬ ਆਖਦੇ ਸੀ, ਅੱਜ ਆਪਾਂ ਸੱਚਖੰਡ ਆਖਦੇ ਹਾਂ। ਮਹਾਰਾਜ ਸੱਚਖੰਡ ਆਏ, ਗੁਰ ਅਰਜਨ ਬੈਠੇ ਸੁਖ ਪਾਏ। ਸੁੱਖਾਂ ਦੇ ਦਾਤੇ ਸੁਸ਼ੋਭਤ ਹਨ ਬੈਠੇ ਹਨ। ਸਾਹਿਬ ਬੁੱਢਾ ਲਿਓ ਬੁਲਾਏ। ਇੱਥੇ ਫਿਰ ਸਤਿਗੁਰੂ ਮਹਾਰਾਜ ਸਾਰੇ ਸਿੱਖਾਂ ਨੂੰ ਬੁਲਾਉਂਦੇ ਨੇ ਸਿੱਧਾ ਹੀ। ਪਰ ਜਦੋਂ ਅਸੀਂ ਦੂਸਰੇ ਇਤਿਹਾਸਕਾਰਾਂ ਨੂੰ ਤੱਕਦੇ ਹਾਂ, ਕੱਲ੍ਹ ਵੀ ਸੁਣਿਆ ਸੀ ਜਹਾਂਗੀਰ ਬਾਦਸ਼ਾਹ ਤਖ਼ਤ 'ਤੇ ਬੈਠਾ, ਅਕਬਰ ਬਾਦਸ਼ਾਹ 16 ਅਕਤੂਬਰ ਨੂੰ ਫੌਤ ਹੋਇਆ, ਮਰ ਚੁੱਕਿਆ ਸੀ। ਖੁਸਰੋ ਨੇ ਬਗਾਵਤ ਕੀਤੀ, ਕੁਝ ਸਮਾਂ ਇਹ ਕੈਦ ਵਿੱਚ ਵੀ ਰਿਹਾ। ਉਦੋਂ ਬਾਅਦ ਫਿਰ ਇਹ ਬਹਾਨਾ ਬਣਾ ਕੇ ਭੱਜਿਆ ਦਿੱਲੀ ਤੋਂ, ਥਨੇਸਰ ਦੀ ਹੋ ਕੇ ਫਿਰ ਇਹ ਪੰਜਾਬ ਨੂੰ ਨਿਕਲਿਆ। ਜਿਸ ਸਮੇਂ ਪੰਜਾਬ ਵੱਲ ਆ ਰਿਹਾ ਸੀ, ਇਹ ਅਪ੍ਰੈਲ ਦਾ ਵਾਕਿਆ ਤਾਂ ਆਉਂਦਾ ਹੈ। ਕੀ ਯਾਰ 16 ਅਪ੍ਰੈਲ ਵੀ ਲਿਖਿਆ ਹੈ, ਪਰ 16 ਅਪ੍ਰੈਲ ਤੋਂ ਪਹਿਲਾਂ ਦਾ ਚੱਲਿਆ ਹੋਇਆ ਸੀ। ਜਦੋਂ ਆਪਾਂ ਇਤਿਹਾਸ ਨੂੰ ਵਿਚਾਰਦੇ ਹਾਂ ਤਾਂ ਤਰਨ ਤਾਰਨ ਸਾਹਿਬ ਦੇ ਕੋਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ 'ਚ ਗਿਆ, ਦਰਸ਼ਨ ਕੀਤੇ, ਆਪਣੀ ਬੇਨਤੀ ਵੀ ਕਰੀ। ਪਰ ਸਤਿਗੁਰੂ ਗੁਰੂ ਨਾਨਕ ਦੇ ਘਰ ਵੱਲੋਂ ਭੋਜਨ ਪਾਣੀ, ਲੰਗਰ ਪਾਣੀ ਦੀ ਇਹਦੀ ਸੇਵਾ ਹੋਈ। ਸਤਿਗੁਰੂ ਮਹਾਰਾਜ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਖਸ਼ਿਸ਼ਾਂ ਕਰਦੇ ਨੇ। ਪਰ ਜਿਹੜੀਆਂ ਅੱਗੇ ਜਾ ਕੇ ਗੱਲਾਂ ਆਉਣਗੀਆਂ ਕਿ ਸਤਿਗੁਰਾਂ ਨੇ ਮਾਇਆ ਦਿੱਤੀ, ਇਸ ਤਰ੍ਹਾਂ ਦਾ ਕੋਈ ਵੇਰਵਾ ਸਿੱਖ ਇਤਿਹਾਸਾਂ ਵੱਲੋਂ ਨਹੀਂ ਮਿਲਦਾ। ਹੋਰ ਵੀ ਸਮਕਾਲੀ ਇਤਿਹਾਸਕਾਰ ਇਹ ਨਹੀਂ ਲਿਖਦੇ। ਇੱਥੋਂ ਖੁਸਰੋ ਲਾਹੌਰ ਪਹੁੰਚਿਆ, ਦਿਲਾਵਰ ਖਾਨ ਨੇ ਇਹਨੂੰ ਵੜਨ ਨਹੀਂ ਦਿੱਤਾ। ਭੈਰੋਂਵਾਲ ਕੋਲ ਜਾ ਕੇ ਟੱਕਰ ਵੀ ਹੋਈ, ਇਹਦੀ ਥੋੜ੍ਹੀ ਜਿਹੀ ਝੜਪ ਹੋਈ। ਇਹਦੇ ਪਿੱਛੇ ਪਿੱਛੇ ਹੀ ਮੁਰਤਜ਼ਾ ਖਾਨ ਚੜ੍ਹਿਆ ਆ ਰਿਹਾ ਸੀ, ਫਰੀਦੁਦੀਨ ਚੜ੍ਹਿਆ ਆ ਰਿਹਾ ਸੀ। ਉੱਥੋਂ ਹਾਰ ਕੇ ਇਹ ਅੱਗੇ ਭੱਜ ਜਾਂਦਾ। ਜਦੋਂ ਅੱਗੇ ਜਾ ਰਿਹਾ, ਚਨਾਬ ਦਰਿਆ 'ਤੇ ਪਹੁੰਚਿਆ ਹੈ। ਚਨਾਬ ਦਰਿਆ 'ਤੇ ਇੱਧਰੋਂ ਸਾਰੇ ਖਬਰਾਂ ਦੇ ਦਿੱਤੀਆਂ ਗਈਆਂ ਕਿ ਖੁਸਰੋ ਬਗਾਵਤ ਕਰਕੇ ਆ ਰਿਹਾ। ਜਿੱਥੇ ਵੀ ਕਿਸੇ ਨੂੰ ਖਬਰ ਮਿਲਦੀ ਹੈ ਸਾਨੂੰ ਦੱਸਿਆ ਜਾਵੇ। ਪਿੱਛੋਂ ਫੌਜ ਸੀ, ਪਰ ਇਹ ਵੀ ਭੱਜਿਆ ਹੋਇਆ ਸੀ ਕਿ ਮੈਂ ਕਿਵੇਂ ਨਾ ਕਿਵੇਂ ਮੁਲਤਾਨ ਜਾ ਵੜਾਂ, ਜਾਨ ਬਚਾਵਾਂ ਆਪਣੀ ਜਾ ਕੇ। ਦੋ ਇਹਦੇ ਨਾਲ ਇਹਦੇ ਜਰਨੈਲ ਸਨ, ਜਿਹੜੇ ਇਹਦੀ ਬੜੀ ਮਦਦ ਕਰਨ ਵਾਲੇ, ਇਹਦੇ ਬੜੇ ਪਿਆਰ ਵਾਲੇ ਸੀ। ਇਸ ਤਰ੍ਹਾਂ ਅਬਦੁਰ ਰਹੀਮ ਤੇ ਹਸਨ ਬੇਗ, ਇਹ ਵੀ ਦੋਏ ਨਾਲ। ਆਖਰ ਸੋਧਰੇ ਦਰਿਆ 'ਤੇ ਪਹੁੰਚ ਕੇ, ਸੋਧਰੇ ਦੇ ਘਾਟ 'ਤੇ ਚਨਾਬ ਦਰਿਆ ਨੂੰ ਜਦੋਂ ਇਹ ਪਾਰ ਕਰ ਰਿਹਾ ਸੀ, ਪਾਰ ਹੀ ਕਰ ਗਿਆ। ਪਰ ਜਦ ਨੂੰ ਮਲਾਹਾਂ ਕੋਲ ਖਬਰ ਸੀ, ਪਤਾ ਲੱਗ ਗਿਆ, ਜੈਲਦਾਰਾਂ ਨੂੰ ਪਤਾ ਲੱਗ ਗਿਆ, ਉੱਥੇ ਆ ਕੇ ਇਹਨੂੰ ਫਿਰ ਗ੍ਰਿਫਤਾਰ ਕੀਤਾ ਗਿਆ। ਇੱਕ ਤਾਂ ਅਬੁਲ ਕਾਸਮ, ਜਲਾਲ ਖਾਨ, ਖਵਾਜਾ ਸਰ, ਇਹਨਾਂ ਜਰਨੈਲਾਂ ਨੇ ਆ ਕੇ ਇਹਨੂੰ ਪਕੜ ਲਿਆ, ਗ੍ਰਿਫਤਾਰ ਕੀਤਾ ਗਿਆ। ਇੱਧਰ ਤਾਂ ਚਨਾਬ ਦਰਿਆ ਪਾਰ ਕਰਦਿਆਂ ਹੀ ਖੁਸਰੋ ਫੜਿਆ ਗਿਆ। ਪਿੱਛੇ ਜਹਾਂਗੀਰ ਜਿਹੜਾ ਬਾਦਸ਼ਾਹ ਆ ਰਿਹਾ ਸੀ, ਇਹਦਾ ਕੁਛ ਹਵਾਲਾ ਮਿਲਦਾ ਕਿ ਕਿੱਥੇ ਕਿੱਥੇ ਪਹੁੰਚਿਆ। ਸੁਲਤਾਨਪੁਰ, ਇਹ 17 ਅਪ੍ਰੈਲ ਨੂੰ ਸੁਲਤਾਨਪੁਰ ਸੀ। ਉਦੋਂ ਅੱਗੇ ਜੈਪਾਲ ਜੀ ਨੂੰ ਆਪਾਂ ਝੰਬਾਲ ਕਹਿੰਦੇ ਹਾਂ, ਝੰਬਾਲ ਪਹੁੰਚਿਆ। ਪਰ ਝੰਬਾਲ ਇਹ ਕਈ ਦਿਨ ਰਿਹਾ। 28 ਅਪ੍ਰੈਲ ਤੱਕ ਇਹ ਆਉਂਦਾ ਹੈ ਕਿ ਝੰਬਾਲ ਹੀ ਰਿਹਾ। 28 ਅਪ੍ਰੈਲ ਤੱਕ ਜਦ ਨੂੰ ਖਬਰ ਮਿਲ ਗਈ ਕਿ ਖੁਸਰੋ ਫੜਿਆ ਗਿਆ,
ਝੰਬਾਲ ਤੋਂ ਫਿਰ ਇਹ 1 ਮਈ ਨੂੰ ਤਕਰੀਬਨ ਜਾ ਕੇ 1 ਮਈ ਤੋਂ ਪਹਿਲਾਂ ਫਿਰ ਇਹ 31-30 ਨੂੰ ਲਾ ਲਓ ਲਾਹੌਰ ਪਹੁੰਚ ਜਾਂਦਾ ਹੈ। ਜਾ ਕੇ ਇਹਨੇ ਡੇਰਾ ਕੀਤਾ ਬਾਗ ਦੇ ਵਿੱਚ ਤੇ ਇੱਥੇ ਹੀ ਫਿਰ ਖੁਸਰੋ ਫੜ ਕੇ ਲਿਆਂਦਾ ਗਿਆ। ਖੁਸਰੋ ਨੂੰ ਇਹਨੇ ਫਿਰ ਤਸੀਹੇ ਦਿੱਤੇ ਬੜੇ ਢੰਗ ਦੇ ਨਾਲ। ਜਿਹੜੇ ਇਹਦੇ ਪਹਿਲਾਂ 2 ਜਰਨੈਲ ਸੀ ਉਹਨਾਂ ਦੋਹਾਂ ਜਰਨੈਲਾਂ ਨੂੰ ਜਿਵੇਂ ਹਸਨ ਬੇਗ ਨੂੰ ਗਊ ਦੀ ਖੱਲ ਦੇ ਵਿੱਚ ਮੜ ਕੇ ਸਭਾ ਪੁੱਠਾ ਕਰਕੇ ਖੋਤੇ 'ਤੇ ਬਿਠਾਇਆ। ਜਿਹੜਾ ਅਬਦੁਲ ਰਹੀਮ ਸੀ ਉਹਨੂੰ ਵੀ ਇਹਨਾਂ ਨੇ ਖੋਤੇ ਦੀ ਖੱਲ ਵਿੱਚ ਮੜਿਆ। ਇਹ 2 ਜਣੇ 4 ਦਿਨ ਨਹੀਂ ਕੱਟ ਭਾਵ ਕੇ 4 ਪਹਿਰ ਨਹੀਂ ਕੱਟ ਸਕੇ। 4 ਪਹਿਰਾਂ ਦੇ ਅੰਦਰ ਅੰਦਰ ਇਹ 2 ਮਰ ਜਾਂਦੇ ਨੇ। ਖੁਸਰੋ ਦੇ ਬੇੜੀਆਂ ਪਾਈਆਂ। ਇਤਿਹਾਸਕਾਰ ਇਹ ਵੀ ਕਹਿੰਦਾ ਵੀ ਛੱਡਣ ਵੀ ਲੱਗੇ ਸੀ ਪਰ ਛੱਡਿਆ ਨਹੀਂ। ਇਹਦੇ ਅੱਖਾਂ ਦੇ ਵਿੱਚ ਕੋਈ ਚੀਜ਼ ਪਾ ਦਿੱਤੀ। ਕੀ ਕਹਿੰਦੇ ਨੇ ਵੀ ਅੱਖਾਂ ਬੰਨ੍ਹ ਦਿੱਤੀਆਂ। ਆਖਰ ਇਹਨੂੰ ਖੁਰਮ ਸ਼ਹਿਰ ਜਾ ਕੇ ਕੈਦ ਕਰ ਦਿੱਤਾ ਗਿਆ। ਉੱਥੇ ਹੀ ਫਿਰ ਕਤਲ ਕੀਤਾ ਕਈ ਸਾਲਾਂ ਬਾਅਦ ਖੁਸਰੋ। ਇਹਦਾ ਇਹ ਹਾਲ ਹੋਇਆ। ਪਰ ਹੁਣ ਜਦੋਂ ਇਹ ਖੁਸਰੋ ਦੇ ਨਾਲ ਇਸ ਤਰ੍ਹਾਂ ਦਾ ਹੋਰ ਵੀ ਜਿੱਥੇ ਜਿੱਥੇ ਕੋਈ ਪਤਾ ਲੱਗਿਆ ਜਿਨ੍ਹਾਂ ਨੇ ਖੁਸਰੋ ਨੂੰ ਪਨਾਹ ਦਿੱਤੀ ਉਹਨਾਂ ਸਾਰਿਆਂ ਦੇ ਘਰ ਘਾਟ ਉਜਾੜਦੇ ਰਹੇ। ਇਹਨਾਂ ਸਮਿਆਂ ਦੇ ਵਿੱਚ ਹੀ ਤਕਰੀਬਨ ਐਂ ਲਾ ਲਓ ਕਿ 15-16 ਮਈ ਨੂੰ ਕਿਤੇ ਜਾ ਕੇ ਇਹ ਜਿਹੜੇ ਗੁਰੂ ਘਰ ਦੇ ਦੋਖੀ ਲੋਕ ਸਨ, ਕਿਉਂਕਿ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਯਾਦ ਨਾ ਆਈ, ਇਹਨਾਂ ਨੇ ਫਿਰ ਯਾਦ ਕਰਾਇਆ ਜਦੋਂ ਖੁਸਰੋ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਪ੍ਰਤੀ ਈਰਖਾ ਪਹਿਲਾਂ ਹੀ ਰੱਖਦਾ ਸੀ। ਕੱਲ੍ਹ ਮੈਂ ਦੱਸਿਆ ਸੀ ਕਿਉਂਕਿ ਨਕਸ਼ਬੰਦੀਆਂ ਦੇ ਨਾਲ ਜਿਹੜਾ ਸ਼ੇਖ ਅਹਿਮਦ ਸਰਹੰਦੀ ਉਹਦੇ ਨਾਲ ਇਹਦਾ ਮਲਾਜਾ ਸੀ। ਉਹ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਪਹਿਲਾਂ ਹੀ ਚਾਹੁੰਦਾ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰਾਉਣਾ। ਫਿਰ ਮੁਰਤਜ਼ਾ ਖਾਨ ਉਹਦਾ ਚੇਲਾ ਸੀ, ਉਹ ਵੀ ਇਹੀ ਚਾਹੁੰਦਾ ਸੀ। ਤੇ ਇੱਧਰੋਂ ਜਹਾਂਗੀਰ ਬਾਦਸ਼ਾਹ ਆਪਣੇ ਪਿਤਾ ਦੇ ਪਾਏ ਹੋਏ ਪੂਰਨੇ ਜਿਵੇਂ ਅਕਬਰ ਬਾਦਸ਼ਾਹ ਬੜਾ ਦਿਆਨਤਦਾਰ ਬੰਦਾ, ਇਤਿਹਾਸ ਦੇ ਵਿੱਚ ਉਹਦੀਆਂ ਬਹੁਤ ਖੂਬੀਆਂ ਆਉਂਦੀਆਂ ਨੇ। ਸਾਰੇ ਧਰਮਾਂ ਦੇ ਬੰਦਿਆਂ ਨੂੰ ਉਹ ਪਿਆਰ ਕਰਦਾ ਸੀ। ਉਹ ਕਹਿੰਦਾ ਸੀ ਵੀ ਜਿਹੜਾ ਬਾਦਸ਼ਾਹ ਹੈ ਇੱਕ ਸੂਰਜ ਦੀ ਨਿਆਈ ਹੈ। ਜਿਵੇਂ ਸੂਰਜ ਸਾਰਿਆਂ ਨੂੰ ਧੁੱਪ ਦਿੰਦਾ ਹੈ, ਬਾਦਸ਼ਾਹ ਦਾ ਕਰਮ ਹੈ ਸਾਰਿਆਂ ਨੂੰ ਸੁੱਖ ਦੇਣਾ। ਉਹਨੂੰ ਧਰਮ ਵੱਖਰੇ ਵੱਖਰੇ ਫਿਰਕੇ ਨਹੀਂ ਦੇਖਣੇ ਤੱਕਣੇ ਚਾਹੀਦੇ। ਸਾਰਿਆਂ 'ਚ ਖੁਦਾ ਹੀ ਵਸਦਾ ਹੈ। ਇਸ ਤਰ੍ਹਾਂ ਦੀਨੀ ਇਲਾਹੀ ਉਹਨੇ ਇੱਕ ਧਰਮ ਵੀ ਇੱਕ ਤੋਰਨਾ ਚਾਹਿਆ ਸੀ ਜਿਹਦੇ ਵਿੱਚ ਕਿ ਸਾਰੇ ਧਰਮਾਂ ਦੇ ਬੰਦੇ ਆਉਣ। ਫਿਰ ਇਹਨੇ ਇੱਕ ਖੁੱਲ੍ਹਾ ਹਾਲ ਜਿਹਨੂੰ ਸਭਾ ਕਹਿ ਲਓ ਮਜਲਿਸ ਲਾਉਂਦਾ ਸੀ। ਜਿਸ ਮਜਲਿਸ ਦੇ ਵਿੱਚ ਜਿਹੜਾ ਹੁਣ ਅੱਜ ਦਾ ਸ਼ਬਦ ਵਰਤਿਆ ਜਾਂਦਾ ਸਰਬ ਧਰਮ ਸੰਮੇਲਨ, ਇਹ ਤਕਰੀਬਨ ਅਕਬਰ ਬਾਦਸ਼ਾਹ ਆਪਣੇ ਸਮੇਂ 'ਚ ਸਾਰੇ ਧਰਮਾਂ ਦੇ ਨਿਆਈ ਸੱਦ ਕੇ ਉਹਨਾਂ ਨਾਲ ਬੈਠ ਕੇ ਐਸੀ ਵੀ ਚਰਚਾ ਕਰਦਾ ਰਹਿੰਦਾ ਸੀ। ਪਰ ਇਹ ਨਕਸ਼ਬੰਦੀਆਂ ਦੇ ਹੱਥ ਚੜ੍ਹਿਆ ਵਾ ਜਹਾਂਗੀਰ ਬਾਦਸ਼ਾਹ ਕੱਟੜ ਵਿਰੋਧੀ, ਸਿਰਫ ਇੱਕੋ ਇੱਕ ਇਸਲਾਮ ਧਰਮ ਨੂੰ ਵਧਾਉਣ ਵਾਲਾ ਅਤੇ ਬਹੁਤ ਜ਼ਾਲਮ ਬਾਦਸ਼ਾਹ। ਇੱਥੇ ਤੱਕ ਲਿਖਿਆ ਆਉਂਦਾ ਕਿ ਆਪਣੇ ਸਾਹਮਣੇ ਇਹ ਬੰਦਿਆਂ ਦੀਆਂ ਖੱਲਾਂ ਲਹਾ ਦਿੰਦਾ ਸੀ। ਜਦੋਂ ਥਨੇਸਰ ਪਹੁੰਚਿਆ ਖੁਸਰੋ ਦੇ ਪਿੱਛੇ
ਇਹਨੂੰ ਪਤਾ ਲੱਗਿਆ ਥਨੇਸਰ ਦਾ ਜਿਹੜਾ ਵੱਡਾ ਲਮੌਰ ਕਾਜੀ ਸੀ ਕਿ ਉਹਨੇ ਇਹਦੀ ਸਹਾਇਤਾ ਕੀਤੀ ਹੈ ਥਨੇਸਰੀਏ ਨੇ। ਕਹਿੰਦਾ ਵੀ ਉਹਨੂੰ ਮੈਂ ਹੋਰ ਤਾਂ ਨਹੀਂ ਕੁਛ ਕਹਿ ਸਕਿਆ, ਪਰ ਉਹਨੂੰ ਮੈਂ ਖਰਚਾ ਦੇ ਕੇ ਕਹਿ ਦਿੱਤਾ ਕਿ ਤੂੰ ਮੱਕੇ ਚਲਿਆ ਜਾ, ਹੱਜ ਕਰਨ ਚਲਿਆ ਜਾ, ਤੋਰ ਦਿੱਤਾ ਸੀ। ਇੰਨਾ ਈਰਖਾਵਾਦੀ ਜਦੋਂ ਆਪਣੇ ਬੰਦਿਆਂ ਨੂੰ ਬਖਸ਼ਦਾ ਨਹੀਂ ਸੀ, ਫਿਰ ਸਤਿਗੁਰਾਂ ਨਾਲ ਇਹਨੇ ਕੋਈ ਘਟ ਗੁਜ਼ਾਰ ਨਹੀਂ ਸੀ। ਇੱਧਰੋਂ ਮੁਰਤਜ਼ਾ ਖਾਨ, ਦੂਸਰਾ ਚੰਦੂ ਦੁਸ਼ਟ, ਇਸੇ ਤਰ੍ਹਾਂ ਤੀਸਰਾ ਸ਼ੇਖ ਅਹਿਮਦ ਸਰਹੰਦੀ, ਚੌਥਾ ਬਾਦਸ਼ਾਹ ਆਪ ਵੀ ਇਸ ਗੱਲ ਨੂੰ ਚਾਹੁੰਦਾ ਸੀ ਸਤਿਗੁਰੂ ਮਹਾਰਾਜ ਕੋਲ। ਪਰ ਇਹਨਾਂ ਨੇ ਉਸ ਸਮੇਂ ਮੁਰਤਜ਼ਾ ਖਾਨ ਵਰਗਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਚੁਗਲੀ ਕੀਤੀ। ਇਹ ਗੱਲ ਆਖੀ ਕਿ ਖੁਸਰੋ ਜਦੋਂ ਲੰਘਿਆ ਤਰਨ ਤਾਰਨ ਤਾਂ ਸਤਿਗੁਰਾਂ ਨੂੰ ਮਿਲੇ ਵੀ 1 ਲੱਖ ਰੁਪਈਆ ਉਹਨਾਂ ਨੇ ਦਿੱਤਾ। ਤੋਜ ਕੇ ਜਹਾਂਗੀਰੀ ਦੇ ਵਿੱਚ ਇਹ ਬਾਦਸ਼ਾਹ ਜਹਾਂਗੀਰ ਆਪ ਪਰ ਇਸ ਤਰ੍ਹਾਂ ਨਹੀਂ ਲਿਖਦਾ, ਉਹ ਆਪਣੇ ਹਿਸਾਬ ਨਾਲ ਲਿਖਦਾ ਹੈ। ਕਹਿੰਦਾ ਕਿ ਖੁਸਰੋ ਜਿਹੜਾ ਮੇਰਾ ਬਾਗੀ ਸੀ, ਉਹਨੂੰ ਗੁਰੂ ਅਰਜਨ ਨੇ ਅਸ਼ੀਰਵਾਦ ਦਿੱਤਾ, ਉਹਦੇ ਮੱਥੇ 'ਤੇ ਤਿਲਕ ਲਾਇਆ ਜਿਸ ਨੂੰ ਕਾਸਕ ਕਹਿੰਦੇ ਨੇ, ਅਤੇ ਰਾਹ ਦਾ ਖਰਚ ਦਿੱਤਾ। ਇਸ ਤਰ੍ਹਾਂ ਵੀ ਨਾਲ ਉਹਦੇ ਨਾਲ ਮਜਲਿਸ ਕੀਤੀ, ਬੈਠ ਕੇ ਗੱਲਾਂ ਕੀਤੀਆਂ, ਕਈ ਦਿਨ ਆਪਣੇ ਕੋਲ ਰੱਖਿਆ। ਜਦੋਂ ਇੱਕ ਬਾਗੀ ਸੀ ਉਹ ਰੱਖਣਾ ਨਹੀਂ ਚਾਹੀਦਾ ਸੀ। ਇਹ ਵੀ ਗੱਲਾਂ ਜਹਾਂਗੀਰ ਬਾਦਸ਼ਾਹ ਆਪਣੇ ਤੋਜ ਕੀ ਤਵਾਰੀਖ ਜਹਾਂਗੀਰੀ ਦੇ ਵਿੱਚ ਲਿਖਦਾ ਹੈ। ਖੈਰ ਜਦੋਂ ਇਹਨਾਂ ਨੇ ਸਤਿਗੁਰੂ ਮਹਾਰਾਜ ਦੇ ਉੱਤੇ ਦੋਸ਼ ਲਾਏ ਕਿ ਧਾੜ ਵੀ ਰੱਖਦੇ ਨੇ, ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਨੇ, ਇਸ ਤਰ੍ਹਾਂ ਸ਼ੇਖ ਅਹਿਮਦ ਸਰਹੰਦੀ ਕਹਿੰਦਾ ਸੀ ਕਿ ਇਸਲਾਮ ਧਰਮ ਦੇ ਲੋਕ ਵੀ ਉਹਨਾਂ ਦੀ ਗਿਰਫਤ ਦੇ ਵਿੱਚ ਆ ਰਹੇ ਨੇ, ਉਹਨਾਂ ਦੀਆਂ ਰੱਸੀਆਂ ਆਪਣੇ ਗਲ 'ਚ ਪਾ ਕੇ ਉਹਨਾਂ ਦੇ ਸਿੱਖ ਬਣ ਰਹੇ ਨੇ। ਇਸ ਤਰ੍ਹਾਂ ਦੇ ਬਹੁਤ ਘਿਨਾਉਣੇ ਸ਼ਬਦ ਕਈ ਤਵਾਰੀਖਾਂ ਨੇ ਜੋ ਇਹ ਨਿੰਦਕ ਲੋਕ ਸਤਿਗੁਰੂ ਮਹਾਰਾਜ ਜੀਆਂ ਪ੍ਰਤੀ ਉਗਲਦੇ ਰਹੇ, ਜਹਾਂਗੀਰ ਬਾਦਸ਼ਾਹ ਕੋਲ ਚੁਗਲੀਆਂ ਕਰਦੇ ਰਹੇ, ਅਤੇ ਇਹ ਸਾਰਾ ਇਤਿਹਾਸਾਂ ਦੇ ਵਿੱਚ ਇਹ ਗੱਲ ਆਉਂਦੀ ਹੈ। ਆਖਰ ਫਿਰ ਜਹਾਂਗੀਰ ਬਾਦਸ਼ਾਹ ਨੇ ਲਿਖਿਆ ਕਿ ਗੋਇੰਦਵਾਲ ਦੇ ਬਿਆਸ ਦਰਿਆ ਦੇ ਕਿਨਾਰੇ ਗੋਇੰਦਵਾਲ ਇੱਕ ਜੋ ਕਈ ਲੰਮੇ ਸਮੇਂ ਤੋਂ ਝੂਠ ਦੀ ਦੁਕਾਨ ਚਲੀ ਆਉਂਦੀ ਸੀ, ਜਿਹਦਾ ਪੈਰੋਕਾਰ ਅਰਜਨ ਦੇਵ ਦਾ ਬੰਦਾ, ਅਰਜਨ ਦੇਵ ਨਾਮ ਦਾ ਬੰਦਾ ਹੈ, ਮੈਂ ਉਹਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਮੁਰਤਜ਼ਾ ਖਾਨ ਨੂੰ ਕਿ ਉਹਦਾ ਘਰ ਕਾਟ ਸਾਰਾ ਕੁਝ ਜ਼ਬਤ ਕੀਤਾ ਜਾਵੇ, ਫੜ ਕੇ ਮੇਰੇ ਪੀਸ ਕੀਤਾ ਜਾਵੇ। ਕਿਉਂਕਿ ਜਿਹੜਾ ਭੋਲੇ ਭਾਲੇ ਲੋਕਾਂ ਨੂੰ ਆਪਣੇ ਝੂਠ ਦਾ ਢੋਲ ਵਜਾ ਕੇ ਲੁੱਟਦਾ ਸੀ, ਕੁਝ ਸਾਡੇ ਉਮਤ ਦੇ ਲੋਕ ਮੁਸਲਮਾਨ ਲੋਕ ਵੀ ਉਹਦੇ ਭੁਲੇਵੇ 'ਚ ਆ ਕੇ, ਭੁਲੇਖੇ 'ਚ ਆ ਕੇ ਉਹਦੇ ਸਿੱਖ ਬਣ ਰਹੇ ਨੇ। ਇੱਕ ਦਿਨ ਇਹ ਵੀ ਹੋ ਸਕਦਾ ਹੈ ਉਮਦਾ ਤਵਾਰੀਖ ਖਾਲਸਾ, ਉਮਦਾ ਤਵਾਰੀਖ ਦਾ ਲਿਖਣਕਾਰ ਜਿਹੜਾ ਦਫ਼ਤਰੀ ਤਵਾਰੀਖ ਹੈ, ਉਹ 'ਤੇ ਵੀ ਇਹ ਗੱਲ ਲਿਖੀ ਹੋ ਕਿ ਇੱਕ ਦਿਨ ਆਗੜ ਜੀ ਦੁਕਾਨ ਨਾ ਬੰਦ ਕੀਤੀ ਗਈ, ਇਸਲਾਮ ਧਰਮ ਨੂੰ ਬਹੁਤ ਜ਼ਿਆਦਾ ਵੱਡੀ ਢਾਲ ਆਵੇਗੀ, ਇਸਲਾਮ ਧਰਮ ਭਾਵ ਕਿ ਨੇਸਤੋ ਨਬੂਦ ਹੋ ਸਕਦਾ ਹੈ ਜੇ ਇਹਨੂੰ ਨਾ ਰੋਕਿਆ ਗਿਆ। ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਦਾ ਸਿਲਸਿਲਾ ਇਹ ਆਉਂਦਾ ਹੈ ਕਿ 4 ਜਣੇ ਸਾਹਮਣੇ ਆਉਂਦੇ ਨੇ। ਜਹਾਂਗੀਰ ਬਾਦਸ਼ਾਹ, ਚੰਦੂ ਸਤਿਗੁਰੂ ਮਹਾਰਾਜ ਨਾਲ ਈਰਖਾ ਕਰਦਾ ਸੀ ਆਪਣੀ ਧੀ ਕਰਕੇ, ਮੁਰਤਜ਼ਾ ਖਾਨ ਵੀ ਨਕਸ਼ਬੰਦੀ ਸੀ, ਸ਼ੇਖ ਅਹਿਮਦ ਸਰਹੰਦੀ ਇਹਨਾਂ ਦਾ ਇਹ ਵੱਡਾ ਕਹਾਉਂਦਾ ਸੀ। ਇਹ ਸਤਿਗੁਰੂ ਮਹਾਰਾਜ ਨੂੰ ਪਹਿਲਾਂ ਹੀ ਨਹੀਂ ਚਾਹੁੰਦਾ ਸੀ, ਗੁਰੂ ਨਾਨਕ ਦੇ ਘਰ ਨੂੰ। ਆਖਰ ਜਹਾਂਗੀਰ ਦੇ ਗੱਲ ਯਾਦ ਕਰਾਈ ਗਈ, ਇਹਨੇ ਹੁਕਮ ਦੇ ਦਿੱਤਾ। ਫਿਰ ਚਿੱਠੀ ਲਿਖੀ ਗਈ, ਪੱਤਰਕਾ ਲਿਖੀ ਗਈ। ਲਿਖੀ ਹੋਈ ਪੱਤਰਕਾ ਇਹਦੀ ਆ ਸਤਿਗੁਰੂ ਮਹਾਰਾਜ ਜੀ ਨੂੰ ਫੜਨ ਵਾਸਤੇ ਇਹਨਾਂ ਨੇ ਬੰਦੇ ਭੇਜ ਦਿੱਤੇ। ਇੱਥੇ ਤੱਕ ਆਉਂਦਾ 19 ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ
ਇਹਨਾਂ ਦੀ ਭੇਜੀ ਹੋਈ ਚਿੱਠੀ ਸਤਿਗੁਰਾਂ ਦੇ ਗ੍ਰਿਫਤਾਰੀ ਦੇ ਵਾਰੰਟ ਲੈ ਕੇ ਇਹਦੀ ਜਿਹਨੂੰ ਸਿਪਾਹੀ ਕਹਿੰਦੇ ਨੇ ਜਾ ਪਹੁੰਚਦੇ ਨੇ। ਸਤਿਗੁਰਾਂ ਨੂੰ ਚਿੱਠੀ ਦਿੱਤੀ। ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ। ਸਜੇ ਦਰਬਾਰ ਦੇ ਵਿੱਚ ਚਿੱਠੀ ਪੜ੍ਹੀ ਗਈ। ਸਾਰੇ ਗੁਰਸਿੱਖਾਂ ਦੇ ਮਨਾਂ 'ਚ ਬੜਾ ਉਸ ਸਮੇਂ ਦੁੱਖ ਹੋਇਆ, ਰੋਸ ਵੀ ਆਇਆ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਘਬਰਾਓ ਨਾ, ਇਹ ਇਸੇ ਤਰ੍ਹਾਂ ਹੀ ਹੋਣਾ ਹੈ। ਅਸੀਂ ਆਪਣਾ ਸੀਸ ਲਾਉਣਾ ਹੈ, ਕਿਉਂਕਿ ਆਪਣਾ ਸੀਸ ਲਾਏ ਤੇ ਕਾਰਜ ਬਣਨਾ ਹੈ। ਸਤਿਗੁਰੂ ਪਾਤਸ਼ਾਹ ਜੀਆਂ ਨੇ ਫਿਰ ਜਦੋਂ ਦਿਨ ਦਾ ਦੀਵਾਨ ਸਮਾਪਤ ਹੋਇਆ, ਸ਼ਾਮਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਧੰਨ ਧੰਨ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਹੋ ਜਾਂਦੀ ਹੈ। ਸੱਚਖੰਡ ਪਹੁੰਚ ਜਾਂਦੇ ਨੇ। ਸਤਿਗੁਰੂ ਜੀ ਆਪ ਵੀ ਬੈਠਦੇ ਨੇ। ਫਿਰ ਇਹ ਸਿਆਣੇ ਸਿਆਣੇ ਸਿੱਖ ਸਤਿਗੁਰੂ ਮਹਾਰਾਜ ਨੇ ਬੁਲਾਏ ਨੇ। ਇੱਥੇ ਤੱਕ ਆਪ ਇਹ ਕਵੀ ਜੀ ਦੀ ਗੱਲ ਇਸ ਤਰ੍ਹਾਂ ਇਹ ਇਤਿਹਾਸਕ ਸਰੋਤ ਲੱਭ ਕੇ ਆਪਾਂ ਸੰਗਤਾਂ ਨੂੰ ਦੱਸਿਆ ਕਿ ਇਉਂ ਆਏ ਸਨ ਇਹਦੀ ਸਤਿਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ। ਤਵਾਰੀਖ 'ਚ ਤਾਂ ਬਹੁਤ ਛੇਤੀ ਲਿਖਿਆ। ਡਾਕਟਰ ਭਾਈ ਵੀਰ ਸਿੰਘ ਵੀ ਲਿਖਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਤਕਰੀਬਨ 20 ਤਰੀਕ ਨੂੰ ਗਏ। ਬੜੀ ਜਲਦੀ ਮਹਾਰਾਜ ਗ੍ਰਿਫਤਾਰ ਕਰਕੇ ਲਿਆਂਦੇ ਗਏ। ਤਸੀਹੇ ਦੇ ਕੇ ਫਿਰ ਸਤਿਗੁਰੂ ਮਹਾਰਾਜ ਸ਼ਹੀਦ ਕਰ ਦਿੱਤਾ ਗਿਆ ਵੀ ਇਹ 6-7 ਦਿਨ ਦੇ ਅੰਦਰ ਅੰਦਰ। ਪਰ ਜਦੋਂ ਆਪਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਵਿਚਾਰਦੇ ਹਾਂ ਕਿ ਕੁਝ ਗੱਲਾਂ ਇਹ ਵੀ ਸਨ। ਸਤਿਗੁਰੂ ਮਹਾਰਾਜ ਨੇ ਇਹਦੀਆਂ ਨੂੰ ਮਾਇਆ ਦਿੱਤੀ, ਸਤਿਕਾਰ ਕੀਤਾ। ਸਤਿਗੁਰਾਂ ਨੇ ਕਹਿ ਦਿੱਤਾ ਕਿ ਅਸੀਂ ਆਪ ਹੀ ਚੱਲ ਕੇ ਜਹਾਂਗੀਰ ਬਾਦਸ਼ਾਹ ਦੇ ਪੇਸ਼ ਹੋਵਾਂਗੇ, ਆਪ ਹੀ ਚੱਲ ਕੇ ਆਵਾਂਗੇ। ਇਉਂ ਜਿਹੜੇ ਇਹਦੀ ਸੀ ਮੁੜ ਜਾਂਦੇ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਜਾਣ ਦੀ ਤਿਆਰੀ ਕਰਦੇ ਨੇ। ਇੱਥੇ ਆ ਕੇ ਕਵੀ ਜੀਆਂ ਦੀ ਇਹ ਗੱਲ ਜਾ ਮਿਲਦੀ ਹੈ ਨਾਲ। ਇਹ ਗੱਲ ਸਾਰੇ ਇਤਿਹਾਸਾਂ ਵਿੱਚੋਂ ਮਿਲਦੀ ਹੈ ਕਿ ਫਿਰ ਸਤਿਗੁਰੂ ਮਹਾਰਾਜ ਨੇ ਸਾਰੇ ਗੁਰਸਿੱਖ ਸਿਆਣੇ ਸਿਆਣੇ ਗੁਰਸਿੱਖਾਂ ਨੂੰ ਆਪਣੇ ਕੋਲ ਸੱਦ ਲਿਆ। ਭਾਈ ਗੁਰਦਾਸ ਪਿਸਾਥ ਸਦਾਏ। ਭਾਈ ਗੁਰਦਾਸ ਜੀ ਵੀ ਨਾਲ ਆਏ, ਭਾਈ ਸਾਲੋ ਜੀ ਵੀ ਆਏ, ਭਾਈ ਬਹਿਲੋ ਜੀ ਵੀ ਆਏ, ਭਾਈ ਪ੍ਰਾਣਾ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ। ਇਸ ਤਰ੍ਹਾਂ ਇਹ ਬੜੇ ਸਿਆਣੇ ਸਿਆਣੇ ਗੁਰਸਿੱਖ, ਭਾਈ ਬਿਧੀ ਚੰਦ ਵਰਗੇ, ਭਾਈ ਉਮਰਾਓ ਵਰਗੇ, ਇਹ ਸਾਰੇ ਮਹਾਰਾਜ ਦੇ ਹਜ਼ੂਰੀ 'ਚ ਫਿਰ ਮਹਾਰਾਜ ਨੇ ਖਾਸ ਜਿਹੜੇ ਗੁਰਸਿੱਖ ਸੀ ਉਹਨਾਂ ਨੂੰ ਸੱਦਿਆ ਹੈ। ਦੋਹਰਾ ਇਹ ਦੋ ਬੈਠਤ ਪਏ ਸ੍ਰੀ ਗੁਰੂ ਕੇ ਨਿਕਟਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹਜ਼ੂਰੀ ਗੁਰਸਿੱਖ ਬੈਠੇ ਹਨ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹਰਗੋਬਿੰਦ ਜੀ ਪੁਨ ਆਏ ਸ੍ਰੀ ਗੁਰ ਮਨ ਕੀ ਜਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਵੀ ਉਸ ਸਮੇਂ ਆਪ ਦੇ ਕੋਲ ਸੱਦ ਲੈਂਦੇ ਹਨ। ਚੌਪਈ ਗੁਰ ਅਰਜਨ ਅਸ ਰੀਤ ਕਰਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਫਿਰ ਹੁਣ ਰੀਤ ਕਰਦੇ ਨੇ। ਪੈਸੇ 5 ਨਲੇਰ ਮੰਗਾਈ। 5 ਪੈਸੇ ਤੇ ਨਾਰੀਅਲ ਸਤਿਗੁਰੂ ਪਾਤਸ਼ਾਹ ਜੀ ਨੇ ਮੰਗਾ ਲੈਣਾ ਕੀਤਾ, ਹੁਕਮ ਕਰ ਦਿੱਤਾ ਹੈ। ਬੁੱਢੇ ਕੋ ਗੁਰ ਕਹਾ ਸੁਣਾਏ। ਬਾਬਾ ਬੁੱਢਾ ਜੀਆਂ ਨੂੰ ਸਤਿਗੁਰੂ ਮਹਾਰਾਜ ਹੁਕਮ ਕਰ ਦਿੰਦੇ ਨੇ, ਸੁਣਾਉਂਦੇ ਨੇ। ਹਰਗੋਬਿੰਦ ਕੋ ਤਿਲਕ ਲਗਾਏ। ਵੀ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਤਿਲਕ ਲਾਉਣਾ। ਪਰ ਕਿਉਂਕਿ ਜਦੋਂ ਆਪਾਂ ਬਾਕੀ ਵੀ ਇਤਿਹਾਸਕਾਰ ਤੱਕਦੇ ਹਾਂ, 5 ਪੈਸੇ ਨਾਰੀਅਲ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਹਰਗੋਬਿੰਦ ਸਾਹਿਬ ਮਹਾਰਾਜ ਉਦੋਂ 11 ਸਾਲ ਦੇ ਸਨ, ਝੋਲੀ 'ਚ ਪਾਇਆ। ਗੁਰੂ ਘਰ ਦੀ ਰੀਤੀ ਅਨੁਸਾਰ ਤਖਤ 'ਤੇ ਬਿਠਾ ਕੇ ਗੁਰਤਾ ਗੱਦੀ ਬਖਸ਼ੀ, ਚਰਨੀ ਨਮਸਕਾਰ ਕਰੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਕਮ ਕੀਤਾ ਕਿ ਅੱਜ ਤੋਂ ਗੁਰੂ ਨੇ ਜਿਹੜੀ ਤਿਲਕ ਲਾਉਣ ਦੀ ਰਸਮ ਹੋਇਆ ਕਰਦੀ ਸੀ ਉਹ ਬਾਅਦ 'ਚ ਹੁੰਦੀ ਸੀ। ਜਦੋਂ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਫਿਰ ਸਤਿਗੁਰੂ ਤਖਤ 'ਤੇ ਬਿਰਾਜਮਾਨ ਹੁੰਦੇ। ਫਿਰ ਬਾਬਾ ਬੁੱਢਾ ਜੀਆਂ ਵੱਲੋਂ ਭੇਟਾ ਨਮਸਕਾਰ ਹੁੰਦੀ, ਤਿਲਕ ਲਾਇਆ ਜਾਂਦਾ, ਦਸਤਾਰਬੰਦੀ ਹੁੰਦੀ। ਫਿਰ ਉਸ ਸਮੇਂ ਤਖਤ ਦੀ ਪੂਰਨ ਮਰਜ਼ਾਦਾ ਨਿਭਾਈ ਜਾਂਦੀ, ਗੱਦੀ ਨਸ਼ੀਨੀ ਇੱਥੇ ਬਖਸ਼ੀਸ਼ ਹੋਇਆ ਕਰਦੀ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਈਆਂ ਨੇ 5 ਦਿਨ ਪਹਿਲਾਂ ਲਿਖੀ ਹੈ, ਕਈਆਂ ਨੇ ਇਹ ਵੀ ਲਿਖਿਆ ਹੈ
ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਪ੍ਰਾਣਾ ਜੀਆਂ ਨੂੰ ਕਹਿ ਕੇ ਨਾਰੀਅਲ 5 ਪੈਸੇ ਮੰਗਾ ਕੇ ਆਪਣੇ ਦਿੱਤੇ ਕਿ ਗੁਰਤਾ ਗੱਦੀ ਸਾਡੇ ਸਾਹਿਬਜ਼ਾਦੇ ਨੂੰ ਦੇਣੀ, ਇਹ ਨਮਸਕਾਰ ਕਰਨੀ ਨਾਰੀਅਲ ਤੇ 5 ਪੈਸੇ। ਕਈ 10 ਦਿਨ ਵੀ ਲਿਖਦੇ ਨੇ, 10 ਦਿਨ ਪਹਿਲਾਂ ਗੁਰਤਾ ਗੱਦੀ ਆਪਾਂ ਆਮ ਕਰਕੇ ਜੋ ਮਨਾਉਂਦੇ ਆ, ਹੁਣ 10 ਦਿਨ ਪਹਿਲਾਂ ਮਨਾਇਆ ਜਾਂਦਾ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਗੁਰਤਾ ਗੱਦੀ ਦਾ ਤਿਲਕ ਭਾਵ ਕੇ ਦੇ ਕੇ ਫਿਰ ਜੋ ਹੁਕਮ ਕਰਦੇ ਹਨ। ਬੁੱਢੇ ਕੋ ਗੁਰ ਕਹਾ ਸੁਨਾਏ, ਬਾਬਾ ਬੁੱਢਾ ਜੀਆਂ ਨੂੰ ਹੁਕਮ ਕੀਤਾ ਹੈ। ਹਰ ਗੋਬਿੰਦ ਕੋ ਤਿਲਕ ਲਗਾਏ, ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਤਿਲਕ ਲਾਉਣਾ। ਸੁਨ ਬੁੱਢੇ ਪੁਨ ਬਚਨ ਉਚਾਰਾ, ਬਾਬਾ ਬੁੱਢਾ ਜੀ ਬੇਨਤੀ ਕਰਦੇ ਨੇ, ਕਿਆ ਕੌਤਕ ਕਰ ਹੋ ਕਰਤਾਰਾ। ਕਰਤਾਰ ਰੂਪ ਸਤਿਗੁਰੂ ਮਹਾਰਾਜ ਜੀ ਕੀ ਕੌਤਕ ਹੈ। ਜੋਤੀ ਜੋਤ ਸਮਾਵਣ ਲਾਗੇ, ਆਪ ਕਿਉਂ ਜੋਤੀ ਜੋਤ ਸਮਾਉਣ ਲੱਗੇ ਹੋ। ਤਉ ਸੁਤੋ ਤਿਲਕ ਦੇਤ ਬੜ ਭਾਗੇ, ਭਾਵ ਆਪਣੇ ਸੁਪੁੱਤਰ ਨੂੰ ਵੱਡਿਆਂ ਭਾਗਾਂ ਵਾਲੇ ਤਿਲਕ ਦੇ ਰਹੇ ਹੋ। ਦੋਹਰਾ ਅਜੇ ਦਰਸ ਸੰਗਤ ਕਰੈ, ਹੇ ਗੁਰ ਤੋਰ ਕਿਰਪਾਲ। ਕੋਈ ਗੱਲ ਸਾਹਮਣੇ ਆ ਗਈ ਵੀ ਤਿਲਕ ਲਾਉਣ ਦੀ ਰਸਮ ਬਾਬਾ ਬੁੱਢਾ ਜੀ ਕਹਿ ਰਹੇ ਨੇ ਵੀ ਅਜੇ ਤਾਂ ਆਪ ਦੇ ਸੰਗਤ ਦਰਸ਼ਨ ਕਰ ਰਹੀ ਹੈ। ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਆਪ ਗੁਰਤਾ ਗੱਦੀ ਬਖਸ਼ ਰਹੇ ਹੋ, ਸੰਗਤਾਂ ਆਪ ਜੀ ਦੇ ਦੀਦਾਰ ਕਰ ਰਹੀਆਂ ਨੇ। ਕੈਸ ਬਚਨ ਭਾਖੋ ਪ੍ਰਭੂ ਹਮਕੋ ਅਚਰਜ ਖਿਆਲ, ਕਿਉਂਕਿ ਐਸੇ ਤੁਹਾਡੇ ਬਚਨ ਨੇ ਸਾਡੇ ਲਈ ਬੜੇ ਅਚਰਜ ਨੇ, ਐਸੇ ਬਚਨ ਨਾ ਕਰੋ। ਇਉਂ ਬਾਬਾ ਬੁੱਢਾ ਜੀਆਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਆਖਿਆ। ਹੁਣ ਸਤਿਗੁਰੂ ਪਾਤਸ਼ਾਹ ਜੋ ਹੁਕਮ ਕਰਦੇ ਨੇ ਕਿ ਅਸੀਂ ਜਾਣਾ ਹੈ, ਆਪਣੇ ਸ਼ੀਸ਼ ਲਾਉਣਾ ਹੈ, ਕਿਉਂਕਿ ਥੋੜ੍ਹੇ ਸਮੇਂ ਦੀ 25 ਮਿੰਟ ਦੀ ਆਪਾਂ ਇਹ ਕਥਾ ਭਰਦੇ ਹਾਂ, ਅਗਲਾ ਸੁਣ ਲੈਂਦਾ, ਇਸ ਕਰਕੇ ਸਮੇਂ ਦੀ ਸਮਾਪਤੀ ਹੈ। ਪਿਆਰ ਨਾਲ ਇੱਥੋਂ ਹੁਣ ਸਤਿਗੁਰੂ ਮਹਾਰਾਜ ਕਿਵੇਂ ਲਾਹੌਰ ਨੂੰ ਜਾਂਦੇ ਨੇ, ਕਿਵੇਂ ਫਿਰ ਤਸੀਹਿਆਂ ਦੀ ਖੇਡ ਚੱਲਦੀ ਹੈ, ਕਿਹੜੇ ਕਿਹੜੇ ਇਨਵੋਲਵ ਹੁੰਦੇ ਨੇ ਮਹਾਰਾਜ ਦੇ ਤਸੀਹੇ ਦੇਣ ਦੇ ਵਿੱਚ। ਪਿਆਰ ਨਾਲ ਸੁਣਨਾ, ਹੋਈਆਂ ਭੁੱਲਾਂ ਮਾਫ ਕਰਨੀਆਂ, ਫਤਿਹ ਪ੍ਰਵਾਨ ਕਰਨੀ ਜੀਓ। ਅਜੇ ਦਰਸ ਸੰਗਤ ਕਰੈ, ਹੇ ਗੁਰ ਤੋਰ ਕਿਰਪਾਲ। ਕੈਸ ਬਚਨ ਭਾਖੋ ਪ੍ਰਭੂ ਹਮਕੋ ਅਚਰਜ ਖਿਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।